ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਪਏ ਹੋਏ ਖਲਾਰੇ ਦਾ ਵਾਹਵਾ ਚਰਚਾ। ਬੇਸ਼ੱਕ ਜਿਹੜੇ ਤਰੀਕੇ ਦੇ ਨਾਲ ਇਹ ਮੀਟਿੰਗਾਂ ਸ਼ੁਰੂਆਤ ਦੇ ਤੌਰ ਦੇ ਵਿੱਚ ਹੋਈਆਂ ਸਨ, ਬੜੇ ਧੜੱਲੇ ਦੇ ਨਾਲ, ਉਹ ਜੋਸ਼ ਕਿਤੇ ਨਾ ਕਿਤੇ ਘੱਟ ਵੀ ਨਜ਼ਰ ਆਉਂਦਾ। ਉਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਬਹੁਤੇ ਕਾਂਗਰਸੀ ਨੇ ਉਹ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਉਸ ਹਿਸਾਬ ਦੇ ਨਾਲ ਚੱਲ ਰਹੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਇੱਧਰ ਵਾਲਾ ਪਲੜਾ ਭਾਰੀ ਹੋ ਜੇ, ਪਤਾ ਨਹੀਂ ਉੱਧਰ ਵਾਲਾ ਪਲੜਾ ਭਾਰੀ ਹੋ ਜੇ। ਹਾਈ ਕਮਾਂਡ ਦਾ ਜਿਹੜਾ ਦਖਲ ਹੈ ਉਹ ਅਜੀਬੋ ਗਰੀਬ ਹੈ। ਉਹ ਇਸ ਪੱਖੋਂ ਵੀ ਸੋਚਦੇ ਆ ਵੀ ਹਾਈ ਕਮਾਂਡ ਕਿਹਨੂੰ ਕਹੂਗੀ, ਕਿ ਉਹ ਬੋਲਣ ਵਾਲਿਆਂ ਨੂੰ ਕਹੂਗੀ ਜਾਂ ਸਰਕਾਰ ਚਲਾਉਣ ਵਾਲਿਆਂ ਨੂੰ ਕਹੂਗੀ। ਜੇ ਉਹਨਾਂ ਨੇ ਸਰਕਾਰ ਚਲਾਉਣ ਵਾਲਿਆਂ ਨੂੰ ਕਿਹਾ, ਉਹਨਾਂ ਦਾ ਹੱਥ ਉੱਪਰ ਨਹੀਂ ਹੋਣਾ, ਫਿਰ ਜਿਹੜੇ ਵਿਰੋਧੀ ਨੇ ਉਹਨਾਂ ਦਾ ਹੱਥ ਉੱਪਰ ਹੋ ਜਾਊਗਾ। ਜੇ ਉਹਨਾਂ ਨੇ ਵਿਰੋਧੀਆਂ ਨੂੰ ਜਿਹੜਾ ਘੂਰ ਦਿੱਤਾ ਤੇ ਫਿਰ ਸਰਕਾਰ ਚਲਾਉਣ ਵਾਲਿਆਂ ਦਾ ਹੱਥ, ਭਾਵ ਕਿ ਕੈਪਟਨ ਖੇਮੇ ਦਾ ਹੱਥ ਜਿਹੜਾ ਉਹ ਉੱਪਰ ਹੋ ਜਾਊਗਾ। ਇਹਦੇ ਕਰਕੇ ਉਹ ਇਹ ਦੇਖ ਰਹੇ ਆ ਕਿ ਕਿਹੜਾ ਧੜਾ ਸਟਰੋਂਗ ਹੁੰਦਾ। ਜਿਹੜਾ ਧੜਾ ਸਟਰੋਂਗ ਹੋਊਗਾ ਉਹਦੇ ਕੋਲੋਂ ਫਿਰ ਟਿਕਟਾਂ ਭਾਲਣਗੇ। ਟਿਕਟਾਂ ਤੋਂ ਅੱਗੇ ਜੋ ਇਹ ਸੋਚ ਰਹੇ ਆ ਵੀ ਸਾਡੀ ਤਾਂ ਸਰਕਾਰ ਵੱਟ ਤੇ ਪਈ ਹੈ, ਉਦੋਂ ਬਾਅਦ ਫਿਰ ਮੰਤਰਾਲੇ ਲੈਣੇ ਆ। ਇਹਨੂੰ ਓਵਰ ਕੌਨਫੀਡੈਂਟ ਜਿਹੜਾ ਉਹ ਕਹਿੰਦੇ ਆ, ਜਿਹੜਾ ਕਿ ਇਸ ਵੇਲੇ ਕਾਂਗਰਸੀਆਂ ਦੇ ਵਿੱਚ ਦਿਖਾਈ ਦੇ ਰਿਹਾ। ਹਾਲਾਂਕਿ ਜਿਹੜੇ ਉਹਨਾਂ ਨੇ ਪੁਆਇੰਟ ਉਠਾਏ ਆ ਪਿਛਲੇ ਦਿਨਾਂ ਤੋਂ, ਉਹ ਪੁਆਇੰਟ ਬੜੇ ਵਾਜਬ ਨੇ। ਲੋਕਾਂ ਦੇ ਮਨਾਂ ਦੇ ਅੰਦਰ ਬੜੇ ਸਾਰੇ ਸਵਾਲ ਜਿਹੜੇ ਉਹ ਖੜੇ ਨੇ। ਖਾਸ ਤੌਰ ਦੇ ਉੱਤੇ ਇੱਕ ਚੀਜ਼ ਜਿਹੜੀ ਸ਼ਾਇਦ ਅਜੇ ਵੀ ਇਹ ਨਹੀਂ ਸਮਝ ਰਹੇ ਕਿ ਇਹ ਪੈਂਡੈਮਿਕ ਦੇ ਵਿੱਚ, ਇਹ ਜਿਹੜੀ ਮਹਾਮਾਰੀ ਆਈ ਆ, ਉਹਦੇ ਵਿੱਚ ਸਿਹਤ ਸੇਵਾਵਾਂ ਦਾ ਜੋ ਮੰਦਾ ਹਾਲ ਹੋਇਆ, ਇਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਕਿ ਕੋਈ ਫਰਕ ਨਹੀਂ ਪਿਆ, ਪੰਜਾਬ ਨੇ ਤਾਂ ਬੜੇ ਤਰੀਕੇ ਦੇ ਨਾਲ ਜਿਹੜਾ ਉਹ ਸੰਭਾਲ ਲਿਆ। ਇਹ ਐਵੇਂ ਗੱਲਾਂ ਨੇ ਹਵਾ ਦੇ ਵਿੱਚ। ਜਿਹੜੀ ਗਰਾਊਂਡ ਦੇ ਉੱਤੇ ਰਿਐਲਿਟੀ ਆ ਉਹ ਸਭ ਨੂੰ ਪਤਾ ਹੈ ਕਿ ਸਰਕਾਰ ਨੇ ਜਦੋਂ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਹਾਇਰ ਕੀਤੇ ਗਏ ਸਿਹਤ ਕਾਮੇ, ਉਹਨਾਂ ਨੂੰ ਅਕਤੂਬਰ 'ਚ ਘਰੀ ਤੋੜ ਦਿੱਤਾ ਸੀਗਾ। ਤੇ ਉਹ ਤਾਂ ਪਤਾ ਹੀ ਸੀਗਾ ਕਿ ਕੰਟਰੋਲ ਇਹਨਾਂ ਤੋਂ ਨਹੀਂ ਹੋਣਾ, ਪਰ ਸਰਕਾਰ ਨੇ ਤਾਂ ਮਿਸ਼ਨ ਫਤਿਹ ਵੀ ਬਣਾ ਲਿਆ। ਇਹ ਕਹਿਤਾ ਕਿ ਫਤਿਹ ਹੋ ਗਿਆ ਸਾਰਾ ਕੁਝ, ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਰਹੀ। ਇਸੇ ਕਰਕੇ ਜਦੋਂ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਇਹਨਾਂ ਨੂੰ ਵੈਕਸੀਨ ਆਰਡਰ ਕਰਨਾ ਚਾਹੀਦਾ ਸੀਗਾ, ਉਦੋਂ ਇਹਨਾਂ ਨੇ ਨਹੀਂ ਕੀਤਾ। ਸਮੁੱਚੇ ਮੁਲਕ ਦੇ ਬਹੁਤੇ ਸੂਬਿਆਂ ਦਾ ਹਾਲ ਆ, ਪਰ ਆਪਾਂ ਕਿਉਂਕਿ ਪੰਜਾਬ ਦੇ ਉੱਤੇ ਕੇਂਦਰਿਤ ਰਹਿਣਾ, ਪੰਜਾਬ ਨੇ ਵੀ ਕੋਈ ਦੂਰ ਅੰਦੇਸ਼ੀ ਵਾਲਾ ਫੈਸਲਾ ਨਹੀਂ ਕੀਤਾ ਇਸ ਕਰੋਨਾ ਵਾਇਰਸ ਨੂੰ ਲੈ ਕੇ। ਜਦੋਂ ਹੁਣ ਇਹ ਸਾਹਮਣੇ ਆ ਗਿਆ ਕਿ ਫਰੀਦਕੋਟ ਦੇ ਵਿੱਚ ਵੈਂਟੀਲੇਟਰ ਖਰਾਬ ਪਏ ਨੇ, ਅੰਮ੍ਰਿਤਸਰ ਦੇ ਵਿੱਚ ਖਰਾਬ ਪਏ ਨੇ, ਪਟਿਆਲੇ ਦੇ ਵਿੱਚ ਖਰਾਬ ਪਏ ਨੇ, ਹੁਣ ਇਹ ਖਬਰਾਂ ਆ ਗਈਆਂ ਕਿ ਫਰੀਦਕੋਟ ਦੇ ਵਿੱਚ ਜਿਹੜੇ ਵੈਂਟੀਲੇਟਰ ਨੇ ਉਹ ਫੌਜ ਦੇ ਹਵਾਲੇ ਕਰ ਦਿੱਤੇ ਗਏ ਆ ਕਿ ਉਹ ਉਹਨਾਂ ਦੀ ਰਿਪੇਅਰ ਕਰਨਗੇ। ਬੜੀ ਚੰਗੀ ਗੱਲ ਹੈ ਕਿ ਫੌਜ ਦੇ ਜਿਹੜੇ ਆਫੀਸਰ ਨੇ, ਜਿਹੜਾ ਅਮਲਾ ਹੈ ਜਿਹੜਾ ਇਹਨਾਂ ਦਾ, ਕਿਉਂਕਿ ਇਹਨਾਂ ਦਾ ਆਪਣਾ ਇੱਕ ਬਹੁਤ ਐਕਸਪਰਟ ਮੈਡੀਕਲ ਅਮਲਾ ਹੁੰਦਾ, ਉਹ ਉਹਨਾਂ ਨੂੰ ਠੀਕ ਕਰ ਦੂਗਾ। ਸਵਾਲ ਤਾਂ ਇਹ ਆ ਕਿ ਉਹਨਾਂ ਵੈਂਟੀਲੇਟਰਾਂ ਨੂੰ ਚਲਾਉਣ ਦੇ ਉੱਤੇ ਫੌਜ ਤਾਂ ਨਹੀਂ ਬੈਠ ਜਾਣੀ। ਉਹਨਾਂ ਨੂੰ ਚਲਾਉਣ ਦੇ ਵਾਸਤੇ ਤਾਂ ਵਿਅਕਤੀ ਚਾਹੀਦੇ ਆ, ਜਿਹੜੇ ਐਕਸਪਰਟ ਚਾਹੀਦੇ ਆ, ਜਿਹੜੇ ਕਿ ਸਰਕਾਰ ਨੇ ਹਾਇਰ ਨਹੀਂ ਕੀਤੇ। ਸਰਕਾਰ ਦੀਆਂ ਐਂਬੂਲੈਂਸਾਂ ਜਿਹੜੀਆਂ ਨੇ ਉਹ 108 ਵਾਲੀਆਂ ਤੁਸੀਂ ਕਿਤੇ ਵੇਖੀਆਂ ਨੇ ਫਿਰਦੀਆਂ, ਜਾਂ ਉਹ ਪਟਿਆਲੇ ਦੇ ਵਿੱਚ ਜਿਵੇਂ ਦਰਜਨ ਤੋਂ ਉੱਪਰ ਖੜੀਆਂ ਨੇ, ਬਹੁਤੇ ਸ਼ਹਿਰਾਂ ਦੇ ਵਿੱਚ ਉਹ ਕੰਡਮ ਕਰਾਰ ਦੇ ਕੇ ਖੜੀਆਂ ਕਰ ਦਿੱਤੀਆਂ ਗਈਆਂ ਨੇ। ਚਲੋ ਜੇ ਇੱਕ ਪੱਖ ਮੰਨ ਲਿਆ ਜਾਵੇ ਸਰਕਾਰ ਦਾ ਕਿ ਇਹ ਐਂਬੂਲੈਂਸਾਂ ਕੰਡਮ ਹੋ ਗਈਆਂ, ਇਹ ਨਹੀਂ ਚੱਲਣ ਯੋਗ ਰਹੀਆਂ, ਤਾਂ ਕੀ ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜੀਆਂ ਨਹੀਂ ਸੀ ਆਉਣੀਆਂ ਚਾਹੀਦੀਆਂ? ਮੰਤਰੀਆਂ ਦੇ ਵਾਸਤੇ ਕਾਰਾਂ ਲੈਣੀਆਂ ਹੋਣ ਤੇ ਕੋਈ ਪੁੱਛਦਾ ਕਿ ਇਹ ਲਈਆਂ ਜਾਣ ਜਾਂ ਨਾ? ਨਾਲ ਦੀ ਨਾਲ ਪੈਸੇ, ਉਦੋਂ ਖਾਲੀ ਖਜ਼ਾਨਾ ਮੰਤਰੀ ਵੀ ਨਾਲ ਦੀ ਨਾਲ ਪੈਸੇ ਜਾਰੀ ਕਰ ਦਿੰਦੇ ਆ, ਉਸੇ ਵੇਲੇ ਕਾਰਾਂ ਆ ਜਾਂਦੀਆਂ ਨੇ ਉਹਨਾਂ ਦੇ ਵਾਸਤੇ। ਰੈਨੋਵੇਟ ਕਰਨਾ ਹੋਵੇ ਕਿਸੇ ਨੇ ਕੋਠੀ ਨੂੰ, ਮੰਤਰੀ ਨੂੰ, ਤੇ ਉਦੋਂ ਕਿਤੇ ਪੁੱਛਿਆ ਜਾਂਦਾ ਕਿਸੇ ਨੂੰ? ਲੋਕਾਂ ਦੇ ਵਾਸਤੇ ਨਹੀਂ ਜਿਹੜਾ ਉਹ ਪੁੱਛਿਆ ਜਾਂਦਾ। ਸਿਹਤ ਸੇਵਾਵਾਂ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਜਲੂਸ ਨਿਕਲਿਆ, ਔਰ ਲੋਕਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਇਸ ਵੇਲੇ ਅਹਿਸਾਸ ਹੋ ਰਿਹਾ ਇਸ ਚੀਜ਼ ਦਾ ਕਿ ਸਾਡੀਆਂ ਸਿਹਤ ਸੇਵਾਵਾਂ ਕਿੱਥੇ ਗਈਆਂ। ਸਰਕਾਰੀ ਹਸਪੀਟਲਾਂ ਦੇ ਵਿੱਚ ਜਾ ਕੇ ਵੇਖੋ, ਲੋਕ ਭੁੰਜੇ ਲੰਮੇ ਪਏ ਹੋਏ ਆ ਦਰੀਆਂ ਵਿਛਾ ਕੇ। ਕੋਈ ਕਿਸੇ ਕਿਸਮ ਦਾ ਪਾਣੀ ਦਾ ਇੰਤਜ਼ਾਮ ਨਹੀਂ, ਕੋਈ ਪੱਖੇ ਦਾ ਇੰਤਜ਼ਾਮ ਨਹੀਂ। ਬਹੁਤ ਬੁਰੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਆ। ਜਿਹੜਾ ਪ੍ਰਾਈਵੇਟ ਹਸਪੀਟਲ ਆ ਉਹ ਸ਼ਰੇਆਮ ਲੁੱਟ ਰਹੇ ਨੇ ਲੋਕਾਂ ਨੂੰ।
ਏਡੇ ਏਡੇ ਮੋਟੇ ਬਿੱਲਾਂ ਦੇ ਜਿਹੜੇ ਸਾਹਮਣੇ ਆ ਰਹੇ ਆ, 8 ਲੱਖ 12 ਲੱਖ 14 ਲੱਖ, ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਨੱਥ ਜਿਹੜੀ ਉਹ ਨਹੀਂ ਪਈ। ਇਹ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਭੁੱਲਣਗੀਆਂ ਨਹੀਂ। ਹੁਣ ਸਰਕਾਰ ਸਮਝਦੀ ਆ ਕਿ 50 ਪੈਸੇ ਬਿਜਲੀ ਦੇ ਰੇਟ ਘਟਾ ਕੇ 50 ਪੈਸੇ ਤੋਂ ਲੈ ਕੇ 1 ਰੁਪਈਏ ਤੱਕ ਜਿਹੜਾ ਸਾਹਮਣੇ ਆ ਰਿਹਾ, ਉਹਦੇ ਨਾਲ ਲੋਕ ਇਹ ਭੁੱਲ ਜਾਣਗੇ ਕਿ ਕਿੰਨੀ ਮਹਿੰਗੀ ਬਿਜਲੀ ਉਹਨਾਂ ਨੂੰ ਖਰੀਦਣੀ ਪੈ ਰਹੀ ਹੈ। ਗੱਲ 50 ਪੈਸੇ ਤੋਂ ਲੈ ਕੇ 1 ਰੁਪਈਆ ਤੱਕ ਬਿਜਲੀ ਦਾ ਘੱਟ ਰੇਟ ਕਰਨ ਦੀ ਨਹੀਂ ਸੀਗੀ। ਗੱਲ ਇਹ ਹੋਈ ਸੀ ਉਦੋਂ ਜਾਂ ਜਿਹੜਾ ਮੈਨੀਫੈਸਟੋ ਦੇ ਵਿੱਚ ਸੀਗਾ ਕਿ ਜਿਹੜੇ ਸਮਝੌਤੇ ਕੀਤੇ ਆ ਪਿਛਲੀ ਸਰਕਾਰ ਨੇ, ਅਸੀਂ ਉਹਨਾਂ ਨੂੰ ਜਿਹੜਾ ਘੋਖਾਂਗੇ, ਘੋਖ ਕੇ ਉਹਨਾਂ ਨੂੰ ਰੱਦ ਕਰਾਂਗੇ। ਇੱਕ ਕੋਈ ਵਾਈਟ ਪੇਪਰ ਆਉਣਾ ਸੀ ਕਿ ਸਮਝੌਤੇ ਕਿਉਂ ਕੀਤੇ ਗਏ ਆ, ਉਹ ਕਿੱਥੇ ਗਿਆ ਵਾਈਟ ਪੇਪਰ? ਇਹ ਵੀ ਕੁਛ ਨਹੀਂ ਜਿਹੜਾ ਜੀ ਉਹ ਪਤਾ। ਉਹ ਹੁਣ ਆਉਣ ਦੇ ਕੋਈ ਚਾਂਸਸ ਹੈ ਨਹੀਂ ਗੇ, ਕਿਉਂਕਿ ਹੁਣ ਸਮਾਂ ਉਹਨਾਂ ਨਹੀਂ ਰਹਿ ਗਿਆ। ਇਹ ਚੀਜ਼ਾਂ ਲੋਕਾਂ ਨੂੰ ਯਾਦ ਨੇ, ਘਰ ਘਰ ਨੌਕਰੀ ਵਾਲਾ ਲੋਕਾਂ ਨੂੰ ਜਿਹੜਾ ਉਹ ਯਾਦ ਹੈ। ਤੇ ਸਭ ਤੋਂ ਉੱਪਰ ਜਿਹੜੇ 2 ਅਹਿਮ ਮੁੱਦੇ ਨੇ ਜਿਹੜੇ ਇਹਨਾਂ ਚੁੱਕੇ ਸੀਗੇ ਜਿਹੜੇ ਵਿਰੋਧ ਕਰਨ ਵਾਲੇ, ਇਸ ਕਰਕੇ ਉਹ ਬੜੇ ਜਾਇਜ਼ ਮੁੱਦੇ ਸਨ। ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ, ਇਹਨਾਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ, ਉਹਨਾਂ ਦੀ ਜਾਂਚ ਕਿਸੇ ਤਣ ਪੱਤਣ ਨਾ ਲੱਗਣਾ। ਅੱਜ ਵੀ ਸਿੱਟ ਹੋਈ ਪਈ ਆ। 3 ਸਿੱਟ ਇਸ ਵੇਲੇ ਕੰਮ ਕਰ ਰਹੀਆਂ ਨੇ। 3 ਸਿੱਟ ਦੇ ਵਿੱਚ ਜੇ ਆਪਾਂ 5 ਮੇਨ ਸੀਨੀਅਰ ਆਫੀਸਰ ਲਾ ਲਈਏ, 15 ਹੋ ਗਏ। 15 ਸੀਨੀਅਰ ਆਫੀਸਰਾਂ ਦੇ ਹੇਠਾਂ 15 ਜੂਨੀਅਰ ਆਫੀਸਰ ਘੱਟੋ ਘੱਟ ਜਿਹੜੇ ਉਹ ਹੋਣਗੇ, 30 60 30 90। ਤੇ ਉਹਨਾਂ ਦੇ ਹੇਠਾਂ ਕਿੰਨਾ ਅਮਲਾ ਫੈਲਾ ਹੋਊਗਾ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕਰੀਬ 90 ਤਾਂ ਸਿੱਧੇ ਤੁਸੀਂ ਲਾ ਕੇ ਚੱਲੋ ਕਿ ਉਹਨਾਂ ਦੇ ਨਾਲ ਕੰਮ ਕਰ ਰਹੇ ਆ। ਔਰ 3 ਸਿੱਟ ਲਗਾਤਾਰ ਕੰਮ ਕਰ ਰਹੀਆਂ ਨੇ। ਉਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਨਿਕਲੂਗਾ ਇਹ ਆਉਂਦੇ ਦਿਨ ਦੱਸਣਗੇ। ਕੁਛ ਨਿਕਲਦਾ ਵੀ ਆ ਜਾਂ ਨਹੀਂ ਨਿਕਲਦਾ। ਨਹੀਂ ਨਿਕਲਦਾ ਤੇ ਫਿਰ ਸਿਚੁਏਸ਼ਨ ਕਿਹੋ ਜਿਹੀ ਹੋਊਗੀ। ਦੂਜਾ ਵੱਡਾ ਮੁੱਦਾ ਨਸ਼ਿਆਂ ਦਾ ਸੀਗਾ। ਓਵਰਡੋਜ਼ ਦੇ ਨਾਲ ਮੌਤਾਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਪੰਜਾਬ ਦੇ ਵਿੱਚ ਜਿਹੜੀ ਨਕਲੀ ਸ਼ਰਾਬ ਹੈ, ਜ਼ਹਿਰੀਲੀ ਸ਼ਰਾਬ ਹੈ, ਉਹਦਾ ਮੁੱਦਾ ਪਿਛਲੇ ਸਾਲ ਬਹੁਤ ਭਖਿਆ ਸੀ। ਜਦੋਂ 125 ਦੇ ਕਰੀਬ ਮੌਤਾਂ ਹੋ ਗਈਆਂ ਸੀ ਮਾਝੇ ਦੇ ਵਿੱਚ, ਉਹਨਾਂ ਪਰਿਵਾਰਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਉਹਨਾਂ ਨੂੰ ਪੈਸੇ ਦੇ ਕੇ। ਉਹ ਇੱਕ ਫੈਕਟਰੀ ਤਾਂ ਵੱਡੀ ਬਾਦਲ ਪਿੰਡ ਦੇ ਵਿੱਚ ਇੱਕ ਹੋਰ ਫੜੀ ਗਈ। ਉਸ ਫੈਕਟਰੀ ਨੂੰ ਪੂਰੇ ਦਬਾਉਣ ਦੇ ਯਤਨ ਜਿਹੜੇ ਉਹ ਜਾਰੀ ਨੇ। ਕਿੱਥੇ ਗਿਆ ਉੱਥੋਂ ਜਿਹੜਾ ਉਹ ਫੜਿਆ ਹੋਇਆ ਸਮਾਨ? ਕੀ 302 ਦਾ ਉਹਦੇ ਉੱਤੇ ਪਰਚਾ ਦਰਜ ਹੋਇਆ? ਨਹੀਂ ਹੋਇਆ। ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਸੀਗਾ ਕਿ ਪਰਚਾ ਉਹ ਦਰਜ ਕਰਨਗੇ 302 ਦਾ, ਉਹ ਨਹੀਂ ਕੀਤਾ ਗਿਆ। ਤਾਂ ਇਹ ਜਿਹੜੇ ਮੁੱਦੇ ਨੇ ਲੋਕਾਂ ਦੇ ਕੋਲੇ ਨੇ, ਜਿਹੜੇ ਕਾਂਗਰਸ ਦੇ ਅੰਦਰੋਂ ਜਿਹੜੇ ਸਵਾਲ ਉਠਾ ਰਹੇ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੁਰੀ ਉਠਾ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਉਠਾ ਰਹੇ ਨੇ, ਚਰਨਜੀਤ ਸਿੰਘ ਚੰਨੀ ਹੁਰੀ ਉਠਾ ਰਹੇ ਨੇ, ਉਹਨਾਂ ਦੇ ਸਾਥੀ ਉਠਾ ਰਹੇ ਨੇ। ਸਵਾਲ ਉਹ ਜਾਇਜ਼ ਨੇ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਕਿਵੇਂ ਜਾਵਾਂਗੇ ਲੋਕਾਂ ਦੇ ਕੋਲੇ ਵੋਟਾਂ ਲੈਣ ਦੇ ਵਾਸਤੇ, ਕਿਵੇਂ ਜਾਵਾਂਗੇ। ਮੁੱਖ ਮੰਤਰੀ ਸਾਹਿਬ ਕੋਲੇ ਜਿਹੜੀ ਰਿਪੋਰਟ ਪਹੁੰਚ ਰਹੀ ਹੈ, ਸ਼ਾਇਦ ਉਹ ਇਦਾਂ ਦੀ ਰਿਪੋਰਟ ਹੈ ਕਿ ਮੁੱਖ ਮੰਤਰੀ ਸਾਹਿਬ ਕੋਈ ਵਿਰੋਧੀ ਧਿਰ ਨਹੀਂ ਹੈਗੀ ਪੰਜਾਬ ਦੇ ਵਿੱਚ, ਕੋਈ ਹੋਰ ਸਿਆਸੀ ਪਾਰਟੀ ਨਹੀਂ ਹੈਗੀ। ਕਾਂਗਰਸ ਨੇ ਚੋਣਾਂ ਲੜਨੀਆਂ ਨੇ ਤੇ ਇਕੱਲੀ ਕਾਂਗਰਸ ਹੋਊਗੀ। ਲੋਕੀ ਇੰਨੇ ਖੁਸ਼ ਆ ਮੌਜੂਦਾ ਸਰਕਾਰ ਤੋਂ ਕਿ ਉਹ ਇਹ ਕਹਿੰਦੇ ਆ ਕਿ ਅਸੀਂ ਕਿਸੇ ਹੋਰ ਨੂੰ ਕਾਗਜ਼ ਨਹੀਂ ਭਰਨ ਦੇਣੇ ਤੇ ਬਸ ਤੁਹਾਡੀ ਸਰਕਾਰ ਜਿਹੜੀ ਉਹ ਅਗਲੀ ਬਣੀ ਪਈ। ਉਹਨਾਂ ਕੋਲੇ ਰਿਪੋਰਟਾਂ ਸ਼ਾਇਦ ਇਸ ਤਰ੍ਹਾਂ ਦੀਆਂ ਨੇ, ਇਸ ਕਰਕੇ ਉਹ ਬਹੁਤਾ ਧਿਆਨ ਕਿਸੇ ਚੀਜ਼ ਦੇ ਵੱਲ ਦੇ ਨਹੀਂ ਰਹੇ। ਔਰ ਜਿਹੜੀ ਸਰਕਾਰ ਹੈ ਇਹ ਵੀ ਆਪਣੇ ਆਪ 'ਚ ਰਿਕਾਰਡ ਹੀ ਹੋਣਾ ਕਿ ਇਹ ਬਹੁਤੀ ਜਿਹੜੀ ਉਹ ਆਨਲਾਈਨ ਚੱਲੀ ਹੈ, ਵੀਡੀਓ ਦੇ ਰਾਹੀਂ ਸਰਕਾਰ ਚੱਲੀ ਹੈ। ਵੀਡੀਓ ਦੇ ਰਾਹੀਂ ਕੋਟਾ ਦੂਜਾ ਤੀਜਾ ਸਾਰਾ ਕੁਝ ਤੁਸੀਂ ਚੱਲਦਾ ਦੇਖਿਆ। ਪਰ ਇਹ ਵੀ ਪਹਿਲੀ ਵਾਰੀ ਸ਼ਾਇਦ ਹੋ ਰਿਹਾ ਕਿ ਕਿਸੇ ਸੂਬੇ ਦੀ ਸਰਕਾਰ ਜਿਹੜੀ ਆ ਉਹ ਵੀਡੀਓ ਦੇ ਰਾਹੀਂ ਹੀ ਚੱਲੀ ਹੈ। ਹੁਣ ਇਹਦੇ ਵਿੱਚ ਜਿਹੜੀ ਬਾਗੀ ਸੁਰਾਂ ਨੇ ਉਹਦੇ ਵਿੱਚ ਕੁਝ ਹੋਰ ਨਵਾਂ ਕੁਝ ਆਇਆ। ਨਵਾਂ ਉਹਦੇ ਵਿੱਚ ਇਹ ਆਇਆ, ਇੱਕ ਤਾਂ ਬਟਾਲੇ ਤੋਂ ਨੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਉਹ ਬੋਲੇ ਆ। ਅਸ਼ਵਨੀ ਸੇਖੜੀ ਹੋਰੀ ਪੁਰਾਣੇ ਕਾਂਗਰਸੀ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਨੂੰ 2 ਸਾਲ ਹੋ ਗਏ ਸਮਾਂ ਮੰਗਦਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ, ਤੇ ਮੈਨੂੰ ਅਜੇ ਤੱਕ ਸਮਾਂ ਨਹੀਂ ਮਿਲਿਆ 2 ਸਾਲਾਂ ਦੇ ਦੌਰਾਨ। ਹੁਣ ਸਵਾਲ ਇਹ ਆ ਕਿ ਠੀਕ ਆ ਉਹ ਮੌਜੂਦਾ ਨਹੀਂ ਜਿਹੜੇ ਹੈਗੇ, ਪਰ ਉਹ ਪੁਰਾਣੇ ਕਾਂਗਰਸੀ ਤਾਂ ਹੈਗੇ ਆ, ਇਸ ਕਰਕੇ ਉਹਨਾਂ ਨੂੰ ਇਗਨੋਰ ਕਰਕੇ ਜਿਹੜਾ ਉਹ ਕਾਂਗਰਸ ਕੀ ਸੋਚਦੀ ਆ ਕਿ ਮਾਝੇ ਦੇ ਵਿੱਚ ਇੱਕ ਇੱਕ ਕਰਕੇ ਸਾਰੇ ਇਗਨੋਰ ਕਰ ਦਿੱਤੇ ਜਾਣਗੇ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਮਾਝੇ ਦੇ ਵਿੱਚੋਂ ਨੇ, ਪ੍ਰਤਾਪ ਸਿੰਘ ਬਾਜਵਾ ਹੋਰੀ ਮਾਝੇ ਦੇ ਵਿੱਚੋਂ ਨੇ, ਅਸ਼ਵਨੀ ਸੇਖੜੀ ਹੋਰੀ ਮਾਝੇ ਦੇ ਵਿੱਚੋਂ ਬੋਲ ਪਏ। ਤਾਂ ਇਹ ਜਿਹੜਾ ਉਹ ਖੇਤਰ ਜਿਹਨੇ ਕਾਂਗਰਸ ਨੂੰ ਵੱਡਾ ਸਹਿਯੋਗ ਦਿੱਤਾ, ਉੱਥੇ ਬਹੁਤੇ ਜਿਹੜੇ ਉਹ ਨਾਰਾਜ਼ ਧੜੇ ਦੇ ਦਿਸ ਰਹੇ ਨੇ। ਦੂਜੀ ਇੱਕ ਡਿਵੈਲਪਮੈਂਟ ਹੋਰ ਜਿਹੜੀ ਵੱਡੀ ਹੋਈ ਆ ਉਹ ਇਹ ਆ ਕਿ ਬਠਿੰਡੇ ਤੋਂ ਕੁਝ ਜਿਹੜੇ ਕਾਂਗਰਸੀ ਨੇ ਉਹ ਅੱਜ
ਮੁੱਖ ਮੰਤਰੀ ਸਾਹਿਬ ਦੀ ਉਸ ਸਰਕਾਰੀ ਕੋਠੀ ਦੇ ਬਾਹਰ ਪਹੁੰਚ ਗਏ ਜਿਹਦੇ 'ਚ ਉਹ ਰਹਿੰਦੇ ਨਹੀਂ। ਮੁੱਖ ਮੰਤਰੀ ਸਾਹਿਬ ਦੇਰ ਪਹਿਲਾਂ ਸਰਕਾਰੀ ਕੋਠੀ ਛੱਡ ਕੇ ਆਪਣੇ ਪ੍ਰਾਈਵੇਟ ਘਰ ਦੇ ਵਿੱਚ ਚਲੇ ਗਏ ਸੀ। ਨਾ ਉੱਥੇ ਕੋਈ ਉਸ ਸੜਕ ਦੇ ਉੱਤੇ ਜਾ ਸਕੇ, ਨਾ ਕੋਈ ਆਪਣਾ ਰੋਸ ਜਿਹੜਾ ਉਹ ਪ੍ਰਗਟ ਕਰ ਸਕੇ, ਕਿਉਂਕਿ ਉਹ ਪ੍ਰਾਈਵੇਟ ਘਰ ਹੋ ਗਿਆ। ਸਰਕਾਰੀ ਕੋਠੀ ਜਾਂ ਫਿਰ ਲੈ ਦੇ ਕੇ ਮੋਤੀ ਮਹਿਲ ਰਹਿ ਜਾਂਦਾ, ਜਿੱਥੇ ਡਾਂਗਾ ਖਾਣ ਦੇ ਵਾਸਤੇ ਜਿਹੜੇ ਪ੍ਰਦਰਸ਼ਨਕਾਰੀ ਆ ਅਕਸਰ ਹਫ਼ਤੇ 'ਚ 1-2 ਦਿਨ ਵਿਚਾਰੇ ਆ ਕੇ ਕੁੱਟ-ਘੱਟ ਖਾ ਕੇ ਚਲੇ ਜਾਂਦੇ ਆ। ਉੱਥੇ ਜਿਹੜੇ ਬਠਿੰਡੇ ਦੇ ਕਾਂਗਰਸੀ ਪਹੁੰਚੇ, ਉਹਨਾਂ ਨੇ ਮੌਜੂਦਾ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਖਿਲਾਫ ਗੰਭੀਰ ਦੋਸ਼ ਲਾਏ। ਉਹਨਾਂ ਕਾਂਗਰਸੀਆਂ ਨੇ ਇੱਥੋਂ ਤੱਕ ਗੱਲ ਆਖੀ ਕਿ ਉਹਨਾਂ ਦੀ ਜਿਹੜੀ ਦਖਲ ਅੰਦਾਜ਼ੀ ਆ ਬਠਿੰਡਾ ਜਿਹੜਾ ਦਿਹਾਤੀ ਆ ਉਹਦੇ ਵਿੱਚ ਜ਼ਿਆਦੀ ਆ। ਖਾਸ ਤੌਰ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਜਿਹੜੇ ਨੇੜਲੇ ਰਿਸ਼ਤੇਦਾਰ ਨੇ ਜੋ ਸਿੰਘ ਜੌਲ, ਜੋ ਜੌਲ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਉੱਤੇ ਦੋਸ਼ ਲਾਏ ਕਿ ਉਹ ਆਪਣੇ ਅਫਸਰ ਉਹਨਾਂ ਨੇ ਉੱਥੇ ਭਰਤੀ ਕਰਾਏ ਹੋਏ ਨੇ ਔਰ ਉਹਨਾਂ ਦੀਆਂ ਆਪ ਹੁਦਰੀਆਂ ਚੱਲਦੀਆਂ ਨੇ। ਦੋਸ਼ ਤਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਉਹ ਲਾਏ, ਉੱਥੇ ਕਈ ਕਿਸਮ ਦੇ ਲਾਏ। ਸਵਾਲ ਇਹ ਆ ਕਿ ਇਹ ਇੱਕਦਮ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਖਿਲਾਫ ਉੱਥੋਂ ਕਿਉਂ ਸਾਰਾ ਕੁਝ ਉੱਠ ਪਿਆ? ਕਿਉਂਕਿ ਇੱਕ ਚੀਜ਼ਾਂ ਜਿਹੜੀਆਂ ਕੁਝ ਚੀਜ਼ਾਂ ਤੁਸੀਂ ਦੇਖੀਆਂ ਹੋਣੇ ਕਿ ਜਿੱਥੇ ਜਿੱਥੇ ਬਾਗੀ ਸੁਰਾਂ ਆ ਰਹੀਆਂ ਨੇ ਉੱਥੋਂ ਦੂਜੇ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਫਿਰ ਉਭਾਰਿਆ ਜਾ ਰਿਹਾ। ਇੱਥੇ ਹਲਕਾ ਅਮਰਗੜ੍ਹ ਤੋਂ ਧੀਮਾਨ ਸਾਹਿਬ ਬੋਲੇ, ਜੇ ਧੀਮਾਨ ਸਾਹਿਬ ਬੋਲੇ ਤੇ ਉੱਥੇ ਉਹਨਾਂ ਦੇ ਵਿਰੋਧੀਆਂ ਤੋਂ ਜਿਹੜਾ ਉਹਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਕਰਾਤਾ ਧੀਮਾਨ ਸਾਹਿਬ ਦੇ, ਜਾਂ ਜਿਹੜਾ ਬੋਲੂਗਾ ਉਹਦੇ ਖਿਲਾਫ, ਜਿਵੇਂ ਚਰਨਜੀਤ ਸਿੰਘ ਚੰਨੀ ਹੋਰੀ ਬੋਲੇ, ਉਹਨਾਂ ਦੇ ਖਿਲਾਫ ਉਹ ਵੂਮਨ ਕਮਿਸ਼ਨ ਜਿਹੜਾ ਉਹ ਬੋਲ ਪਿਆ। ਉਹ ਮੁੜ ਕੇ ਜਿਹੜੇ ਵੂਮਨ ਕਮਿਸ਼ਨ ਦੇ ਚੇਅਰਪਰਸਨ ਨੇ ਉਹ ਇਸ ਗੱਲ ਤੋਂ ਮੁਨਕਰ ਹੋ ਗਏ ਕਿ ਉਹਨਾਂ ਨੇ ਕੋਈ ਧਰਨਾ ਦੇਣਾ। ਹਫ਼ਤਾ ਤਾਂ ਲੰਘ ਗਿਆ ਪੂਰਾ, ਇਹ ਧਰਨਾ ਨਹੀਂ ਕੋਈ ਸਾਹਮਣੇ ਆਇਆ। ਇੱਕ ਜਿਹੜੀਆਂ ਫਾਈਲਾਂ ਖੋਲੀਆਂ ਗਈਆਂ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇੜਲਿਆਂ ਦੀਆਂ, ਉਹਨੂੰ ਤਾਂ ਕਾਫੀ ਦਿਨ ਹੋ ਗਏ, ਉੱਥੇ ਕੁਝ ਨਹੀਂ ਜਿਹੜਾ ਆਇਆ। ਪ੍ਰਗਟ ਸਿੰਘ ਹੋਰਾਂ ਨੂੰ ਆਖਿਆ ਗਿਆ ਸੀਗਾ ਕਿ ਤੁਹਾਡੀਆਂ ਵੀ ਫਾਈਲਾਂ ਖੁੱਲ੍ਹ ਗਈਆਂ, ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਉਹ ਕਹਿੰਦੇ ਕਿ ਠੋਕ ਦਿਆਂਗੇ। ਜੇ ਪ੍ਰਗਟ ਸਿੰਘ ਹੋਰਾਂ ਨੂੰ ਠੋਕਣ ਵਾਲੀ ਗੱਲ ਆਈ ਹੈ ਤੇ ਉਹ ਤਕਰੀਬਨ ਸਾਰਿਆਂ ਨੇ ਉਹਦਾ ਜਿਹੜਾ ਉਹ ਬੁਰਾ ਮਨਾਇਆ। ਮਤਲਬ ਕਿ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਦੱਬ ਲਿਆ ਜਾਵੇ। ਹੁਣ ਕਾਂਗਰਸ ਹਾਈ ਕਮਾਂਡ ਨੇ ਇੱਕ ਕਮੇਟੀ ਬਣਾ ਦਿੱਤੀ ਹੈ। ਇਹ ਜਿਹੜੀ ਕਮੇਟੀ ਆ ਇਹਦੇ ਵਿੱਚ ਕੁਝ ਸੀਨੀਅਰ ਆਗੂ ਜਿਹੜੇ ਉਹ ਪਾਏ ਗਏ ਆ। ਇੱਕ ਤਾਂ ਹਰੀਸ਼ ਰਾਵਤ ਹੋਰੀ ਨੇ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਔਰ ਉਹ ਤਾਂ ਇਹਦੇ ਵਿੱਚ ਹੈਗੇ ਹੀ ਨੇ। ਪਰ ਇਸ ਤੋਂ ਇਲਾਵਾ ਮਲਕਰਜਨ ਖੜਗੇ, ਇਹ ਸੀਨੀਅਰ ਨੇਤਾ ਨੇ, ਬਹੁਤ ਸੁਚੱਜੇ ਸਿਆਣੇ ਨੇਤਾ ਮਲਕਰਜਨ ਖੜਗੇ ਜਿਹੜਾ ਉਹ ਮੰਨੇ ਜਾਂਦੇ ਆ। ਇੱਕ ਜਿਹੜੇ ਸੀਨੀਅਰ ਆਗੂ ਨੇ ਤੇ ਸਾਬਕਾ ਐਮਪੀ ਨੇ ਜੇਪੀ ਅਗਰਵਾਲ, ਉਹ ਇਹਦੇ ਵਿੱਚ ਪਾਏ ਗਏ। ਇਹ 3 ਜਾਣਿਆਂ ਦੇ ਉੱਤੇ ਆਧਾਰਿਤ ਕਮੇਟੀ ਬਣੀ ਆ। ਹਰੀਸ਼ ਰਾਵਤ ਹੋਰਾਂ ਦਾ ਇਹਦੇ ਵਿੱਚ ਆਉਣਾ ਹੀ ਸੀਗਾ ਕਿਉਂਕਿ ਹਰੀਸ਼ ਰਾਵਤ ਹੋਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ। ਜੇ ਆਪਾਂ ਪਿਛਲੇ ਦਿਨਾਂ ਤੋਂ ਅੰਦਾਜ਼ਾ ਲਾਈਏ ਤੇ ਉਹ ਲੱਗਦਾ ਕਿ ਰਾਵਤ ਸਾਹਿਬ ਤਕਰੀਬਨ ਹੱਥ ਖੜੇ ਕਰ ਗਏ। ਉਹਨਾਂ ਨੇ ਸ਼ਾਇਦ ਹੋ ਸਕਦਾ ਕਿ ਇਹ ਜਿਹੜੀ ਜੱਟ ਲੜਾਈ ਆ ਪਹਿਲੀ ਵਾਰੀ ਦੇਖੀ ਆ, ਇਸ ਕਰਕੇ ਉਹ ਬਹੁਤਾ ਬੋਲ ਨਹੀਂ ਰਹੇ। ਇਹ ਕਿਹਾ ਜਾਂਦਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਗਈ, ਪਰ ਸ਼ਾਇਦ ਇਹ ਵੀ ਸਾਰਾ ਕੁਝ ਦਰੁਸਤ ਨਾ ਹੋਵੇ। ਹੁਣ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਉਹ ਕਿਵੇਂ ਗੱਲਬਾਤ ਇਹਨਾਂ ਸਭ ਦੇ ਨਾਲ ਕਰੂਗੀ? ਕਿਉਂਕਿ ਜੇ ਤਾਂ ਵਿਰੋਧੀਆਂ ਦੇ ਵਿੱਚੋਂ ਕੋਈ ਇੱਕ ਅਗਵਾਈ ਕਰ ਰਿਹਾ ਹੋਵੇ ਤੇ ਹਾਈ ਕਮਾਂਡ ਨੂੰ ਜਾਂ ਕਮੇਟੀ ਨੂੰ ਗੱਲ ਕਰਨੀ ਸੌਖੀ ਹੈ। ਇਹਦੇ ਵਿੱਚ ਸਾਰੇ ਆਗੂ ਹੀ ਨੇ, ਇਸ ਕਰਕੇ ਕੱਲੇ ਦੇ ਨਾਲ ਜੇ ਗੱਲ ਕੀਤੀ ਜਾਂਦੀ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਵੱਖਰੀ ਕੀਤੀ ਜਾਂਦੀ ਹੈ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨਾਲ ਵੱਖਰੀ ਕੀਤੀ ਜਾਂਦੀ ਹੈ, ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਵੱਖਰੀ ਕੀਤੀ ਜਾਂਦੀ ਹੈ ਜਿਹੜੀ ਗੱਲਬਾਤ। ਉਸ ਤੋਂ ਬਾਅਦ ਹੁਣ ਜਿਹੜੀਆਂ ਅੱਜ ਸੁਰਾਂ ਨਿਕਲ ਆਈਆਂ, ਜਿਵੇਂ ਮੈਂ ਤੁਹਾਨੂੰ ਕਿਹਾ ਬਟਾਲੇ ਤੋਂ ਜਿਹੜੀ ਔਰ ਜਾਂ ਬਠਿੰਡੇ ਤੋਂ ਜਿਹੜੇ ਆ ਕੇ ਬੋਲ ਗਏ, ਉਹ ਵੱਖਰੀਆਂ ਸੁਰਾਂ ਨੇ। ਧੀਮਾਨ ਸਾਹਿਬ ਆਪਣੀ ਜਗ੍ਹਾ ਦੇ ਉੱਤੇ ਬੋਲ ਰਹੇ। ਪ੍ਰਗਟ ਸਿੰਘ ਹੋਰਾਂ ਵਾਲਾ ਮਸਲਾ ਜਿਹੜਾ ਉਹ ਵੱਖਰਾ ਹੋਇਆ ਪਿਆ। ਇਹ ਵੀ ਮੁਸ਼ਕਲ ਜਿਹੜੀ ਉਹ ਹੈ ਕਿ ਜਿਹੜੇ ਵਿਰੋਧੀ ਨੇ ਉਹ ਕਿਸੇ ਇੱਕ ਦੀ ਅਗਵਾਈ ਮੰਨਣ ਦੇ ਵਾਸਤੇ ਲੱਗਦਾ ਤਿਆਰ ਨਹੀਂਗੇ, ਜਿਹੜੀ ਕਿ ਕੈਪਟਨ ਖੇਮੇ ਦੇ ਵਾਸਤੇ ਉਹ ਚੰਗੀ ਖਬਰ ਹੋ ਸਕਦੀ ਹੈ ਵੀ ਜੇ ਤਾਂ ਇੱਕ ਆਗੂ ਹੁੰਦਾ ਤੇ ਫਿਰ ਜਿਹੜਾ ਸੀਗਾ ਉਹ ਬਾਕੀਆਂ ਨੂੰ ਇਕੱਠਿਆਂ ਕਰ ਲੈਂਦਾ ਤੇ ਉਹਦੇ ਨਾਲ ਹਾਈ ਕਮਾਂਡ ਗੱਲ ਕਰਦੀ। ਇੱਥੇ ਗੱਲ ਕਰਨੀ ਜਿਹੜੀ ਉਹ ਔਖੀ ਹੋਊਗੀ। ਇਹ ਐਡਾ ਸੌਖਾ ਨਹੀਂਗਾ ਜਿੱਦੀ ਸੌਖੀ ਕਾਂਗਰਸ ਨੇ ਇਹ ਕਮੇਟੀ ਬਣਾਤੀ। ਔਰ ਇਹਦੇ ਵਿੱਚੋਂ ਇੱਕ ਗੱਲ ਜਿਹੜੀ ਗੱਲ ਸੀ ਉਹ ਵੇਖਣ ਵਾਲੀ ਇਹ ਰਹੀ ਕਿ ਗਾਂਧੀ ਪਰਿਵਾਰ ਇਹਦੇ ਵਿੱਚੋਂ ਖੁਦ ਪਾਸੇ ਹੋ ਗਿਆ। ਸ਼ਾਇਦ ਉਹ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਵਿਗਾੜ ਨਹੀਂ ਚਾਹੁੰਦਾ,
ਨਾ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਵਿਗਾੜਨੀ ਚਾਹੁੰਦਾ ਤੇ ਨਾ ਉਹ ਜਿਹੜੇ ਬਾਕੀ ਮੰਤਰੀ ਬੋਲ ਰਹੇ ਨੇ ਉਹਨਾਂ ਦੇ ਨਾਲ ਵਿਗਾੜਨੀ ਚਾਹੁੰਦਾ। ਉਹ ਇਸ ਕਮੇਟੀ ਦੇ ਰਾਹੀਂ ਇਸ ਮਾਮਲੇ ਨੂੰ ਸ਼ਾਇਦ ਲਮਕਾਉਣਾ ਚਾਹੁੰਦਾ, ਕਿਉਂਕਿ ਐਡੀ ਛੇਤੀ ਇਸ ਕਮੇਟੀ ਦੇ ਰਾਹੀਂ ਵੀ ਇਹਦਾ ਹੱਲ ਜਿਹੜਾ ਉਹ ਨਹੀਂ ਨਿਕਲਣਾ। ਕਾਂਗਰਸ ਦਾ ਬਣੂਗਾ ਕੀ? ਕਾਂਗਰਸ ਕਿਹੜੇ ਓਵਰ ਕੌਨਫੀਡੈਂਸ ਦੇ ਵਿੱਚ ਜਿਹੜਾ ਉਹ ਫਿਰ ਰਹੀ ਹੈ? ਜਿਹੜੀਆਂ ਵਿਰੋਧੀ ਧਿਰਾਂ ਨੇ, ਜਿਹੜੀ ਵਿਰੋਧੀ ਧਿਰ ਆਫੀਸ਼ੀਅਲ ਹੈ ਆਮ ਆਦਮੀ ਪਾਰਟੀ ਤੇ ਦੂਜੀ ਵਿਰੋਧੀ ਧਿਰ ਹੈਗੀ ਅਕਾਲੀ ਦਲ ਬਾਦਲ। ਭਾਰਤੀ ਜਨਤਾ ਪਾਰਟੀ ਤਾਂ ਉਹਦੇ ਕੋਲ ਤਾਂ ਆਪਣੇ ਹੀ ਖਿਲਾਰੇ ਨਹੀਂ ਜਿਹੜੇ ਉਹ ਮੁੱਕ ਰਹੇ। ਇਹਨਾਂ ਨੂੰ ਘੱਟੋ ਘੱਟ ਇਸ ਵੇਲੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਘੇਰਨ ਦੇ ਵਾਸਤੇ ਬਹੁਤਾ ਤਰੱਦਦ ਨਹੀਂ ਕਰਨਾ ਪੈ ਰਿਹਾ, ਕਿਉਂਕਿ ਕਾਂਗਰਸ ਦੀ ਵਿਰੋਧਤਾ ਕਾਂਗਰਸੀ ਹੀ ਕਰ ਰਹੇ ਆ। ਜਿਹੜੇ ਮੁੱਦੇ ਉਹ ਚੁੱਕ ਰਹੇ ਆ ਕਿ ਆਹ ਅਸੀਂ ਵਾਅਦੇ ਕਰਕੇ ਆਏ ਸੀਗੇ, ਅਸੀਂ ਇਹਨਾਂ ਤੋਂ ਪੂਰੇ ਨਹੀਂ ਕਰ ਸਕੇ ਇਹ ਵਾਅਦੇ, ਇਸ ਕਰਕੇ ਸਾਨੂੰ ਲੋਕਾਂ 'ਚ ਜਾਣਾ ਔਖਾ। ਇਹ ਚੀਜ਼ਾਂ ਵਿਰੋਧੀ ਧਿਰਾਂ ਉਭਾਰਦੀਆਂ ਹੁੰਦੀਆਂ ਨੇ। ਇਹ ਸੱਤਾਧਾਰੀ ਧਿਰ ਦੇ ਵਿੱਚੋਂ ਜਿਹੜੇ ਨੇ ਉਹ ਮੈਂਬਰ ਉਭਾਰ ਰਹੇ ਆ। ਉਹਨਾਂ ਨੂੰ ਹੁਣ ਜੇ ਲਾਲਚ ਦੇ ਕੇ ਜਾਂ ਕਿਸੇ ਤਰੀਕੇ ਨਾਲ ਇਹ ਕਮੇਟੀ ਚੁੱਪ ਕਰਾ ਦਿੰਦੀ ਆ ਜਾਂ ਪੈਚਅਪ ਕਰਵਾ ਦਿੰਦੀ ਆ ਤੇ ਇਹਨਾਂ ਦਾ ਲੋਕਾਂ ਦੇ ਵਿੱਚ ਬੋਲ ਸਕਣਾ ਫੇਰ ਔਖਾ ਹੋ ਜਾਣਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿੰਨੇ ਟਵੀਟ ਕੀਤੇ ਆ, ਜਿੰਨਾ ਕੁਝ ਉਹ ਬੋਲੇ ਆ, ਜੇ ਹਾਈ ਕਮਾਂਡ ਉਹਨਾਂ ਨੂੰ ਚੁੱਪ ਕਰਾ ਦਿੰਦੀ ਹੈ ਤੇ ਉਹ ਕਿਹੜੇ ਮੂੰਹ ਦੇ ਨਾਲ ਕਹਿਣਗੇ ਕਿ ਸਾਰਾ ਕੁਝ ਠੀਕ ਹੋ ਗਿਆ? ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਘਰੇ ਮੀਟਿੰਗਸ ਹੋਈਆਂ, ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰੇ ਮੀਟਿੰਗਸ ਹੋਈਆਂ, ਜਿਹੜੇ ਐਮਐਲਏ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ, ਉਹ ਕਿਹੜੇ ਮੂੰਹ ਦੇ ਨਾਲ ਆਪੋ ਆਪਣੇ ਹਲਕਿਆਂ ਦੇ ਵਿੱਚ ਫੇਰ ਜਾਣਗੇ 2022 ਦੇ ਵਿੱਚ ਕਿ ਅਸੀਂ ਆਹ ਸਵਾਲ ਲੈ ਕੇ ਸਾਹਮਣੇ ਆਏ ਸੀ, ਸਾਡੇ ਤੋਂ ਇਹਨਾਂ ਸਵਾਲਾਂ ਦੇ ਹੱਲ ਤਾਂ ਕੋਈ ਲੱਭੇ ਨਹੀਂ, ਅਸੀਂ ਤੁਹਾਡੇ ਤੋਂ ਵੋਟਾਂ ਲੈਣ ਫੇਰ ਆ ਗਏ? ਕਿ ਉਹ ਇਸ ਤਰੀਕੇ ਦੇ ਨਾਲ ਜਾ ਸਕਣਗੇ? ਇਸ ਵੇਲੇ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਜਿਹੜੀ ਕਾਂਗਰਸ ਹੈ ਉਹਨੂੰ ਕਾਂਗਰਸ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੀ ਹਾਈ ਕਮਾਂਡ ਆ ਜਿੰਨਾ ਉਹਨੂੰ ਉਹ ਲਮਕਾਊਗੀ ਉਹਨਾਂ ਇਹ ਖਲਾਰਾ ਜਿਹੜਾ ਉਹ ਵੱਧਦਾ ਜਾਊਗਾ, ਕਿਉਂਕਿ ਕੁਝ ਨੇਤਾਵਾਂ ਤੋਂ ਚੱਲ ਕੇ ਹੁਣ ਇਹ ਹਲਕਾ ਪੱਧਰ ਦੇ ਉੱਤੇ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ। ਬਟਾਲੇ ਦੇ ਵਿੱਚ ਹੋਇਆ ਵਿਰੋਧ ਤੇ ਬਠਿੰਡਾ ਜਿਹੜਾ ਦਿਹਾਤੀ ਆ ਉਹਨਾਂ ਦਾ ਚੰਡੀਗੜ੍ਹ ਆ ਕੇ ਵਿਰੋਧ ਕਰਨਾ, ਤੇ ਖਾਸ ਤੌਰ ਦੇ ਉੱਤੇ ਇਸ ਵਿਰੋਧ ਦੇ ਵਿੱਚ ਇੱਕ ਅਹਿਮ ਗੱਲ ਰਹੀ, ਇੱਕ ਅਹਿਮ ਪੁਆਇੰਟ ਰਿਹਾ ਕਿ ਜਿਹੜਾ ਉਹ ਦੇਣਾ ਚਾਹੁੰਦੇ ਸੀਗੇ ਮੰਗ ਪੱਤਰ, ਉਹਨੂੰ ਲੈਣ ਦੇ ਵਾਸਤੇ ਝੱਟ ਦੇਣੀ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਸਿਆਸੀ ਸਲਾਹਕਾਰ ਨੇ ਕੈਪਟਨ ਸੰਦੀਪ ਸੰਧੂ ਹੁਰੀ, ਉਹਨਾਂ ਦਾ ਆ ਜਾਣਾ ਬਾਹਰ ਇੱਕਦਮ, ਇਹ ਛੋਟੀ ਗੱਲ ਨਹੀਂ। ਉਹ ਇਹਨੂੰ ਇਸ ਪੱਖੋਂ ਹੈਗਾ ਕਿ ਕੁਝ ਜਿਹੜੇ ਆਗੂ ਜਿਹੜੇ ਇਹ ਚੁੱਪ ਬੈਠੇ ਆ ਇਸ ਟਾਈਮ, ਉਹ ਇਹ ਸੋਚਦੇ ਆ ਕਿ ਜੇ ਇਹ ਭੇੜ ਹੁੰਦਾ ਰਹੂਗਾ ਤੇ ਵਿੱਚੋਂ ਸਾਡਾ ਦਾ ਚੁੱਪ ਕਰਕੇ ਲੱਗ ਸਕਦਾ। ਕਿਤੇ ਇਹ ਦਾ ਲਾਉਣ ਦੀ ਕੋਸ਼ਿਸ਼ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਤਾਂ ਨਹੀਂ, ਜਿਹੜੇ ਇਹ ਬਠਿੰਡਾ ਦਿਹਾਤੀ ਦੇ ਵਿੱਚੋਂ ਉੱਠ ਕੇ ਲੋਕ ਆਏ ਆ, ਉਹ ਜਾਂਦੇ ਆ, ਜਿੰਦਾਬਾਦ ਮੁਰਦਾਬਾਦ ਹੁੰਦਾ ਤੇ ਝੱਟ ਦੇਣੀ ਬਾਹਰ ਆ ਕੇ ਫਿਰ ਉਹਨਾਂ ਦਾ ਮੰਗ ਪੱਤਰ ਲੈ ਲਿਆ ਜਾਂਦਾ। ਇਹ ਇੱਕ ਡਿਫਰੈਂਟ ਟਾਈਪ ਦੀ ਜਿਹੜੀ ਆ ਉਹ ਬਗਾਵਤ ਦੀਆਂ ਸੁਰਾਂ ਕਾਂਗਰਸ ਦੇ ਵਿੱਚ ਉੱਠੀਆਂ ਜਾਪਦੀਆਂ ਨੇ। ਸੋ ਆਉਂਦੇ ਦਿਨਾਂ ਦੇ ਦੌਰਾਨ ਦੇਖਦੇ ਆ ਕਿ ਇਹ ਕਹਾਣੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਹੈ, ਜਿਹੜੀ ਕਾਂਗਰਸ ਦੇ ਅੰਦਰੂਨੀ ਬਗਾਵਤ ਦੀ। ਔਰ ਖਾਸ ਤੌਰ ਦੇ ਉੱਤੇ ਨਿਗਾਹਾਂ ਇਸ ਚੀਜ਼ ਦੇ ਉੱਤੇ ਲੱਗੀਆਂ ਰਹਿਣਗੀਆਂ ਕਿ ਜਿਹੜੀ 3 ਮੈਂਬਰੀ ਕਮੇਟੀ ਬਣੀ ਆ ਉਹ ਇਹਨੂੰ ਕਿੰਨਾ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰ ਪਾਉਂਦੀ ਹੈ, ਕਿਉਂਕਿ ਮੈਂ ਜਿਵੇਂ ਕਿਹਾ ਕਿ ਇੱਥੇ ਜਿੰਨੇ ਕੁ ਬਾਗੀ ਸੁਰਾਂ ਵਾਲੇ ਨੇ ਉਹਨਾਂ ਦੇ ਵਿੱਚ ਬਹੁਤੇ ਜਿਹੜੇ ਉਹ ਨੇ ਜਿਹੜੇ ਸਾਰੇ ਹੀ ਨੇਤਾ ਨੇ ਤੇ ਕੋਈ ਇੱਕ ਨੇਤਾ ਕਿਸੇ ਦੂਸਰੇ ਨੇਤਾ ਦੀ ਈਨ ਮੰਨਣ ਦੇ ਵਾਸਤੇ ਤਿਆਰ ਨਹੀਂ ਜਾਂ ਉਹਨੂੰ ਨੇਤਾ ਮੰਨਣ ਦੇ ਵਾਸਤੇ ਤਿਆਰ ਨਹੀਂ। ਇੱਕ ਵਾਰੀ ਫੇਰ ਤੁਹਾਨੂੰ ਇਹ ਅਪੀਲ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਅੱਗੇ ਇਹ ਸੁਨੇਹਾ ਜ਼ਰੂਰ ਲਾ ਦੇਣਾ। ਧੰਨਵਾਦ, ਸਤਿ ਸ਼੍ਰੀ ਅਕਾਲ।